जो आपसे शादी करना चाहें, जो ये कहे कि मैं आपकी माँ का कर्जा सारा उतार देता हूँ, आपसे शादी करना, तो आप कर लोगे? जी हाँ, कर लूँगे। कोई ख्वाहिश है कि बंदा किस तरह का होना चाहिए? नहीं, मेरी कोई ख्वाहिश नहीं है। ਉਹੀ ਤਾਂ ਤੁਰਿਆ ਫਿਰਦਾ ਭੱਜਾ ਫਿਰਦਾ, ਨਾ ਕੰਮ ਕਰੇ ਨਾ ਕਾਰ ਕਰੇ, ਅੱਗੋਂ ਆਖੀ ਦਾ ਤੇ ਗਲ ਪੈਂਦਾ, ਕੁੱਦ ਕੇ ਪੈਂਦਾ, ਕਿ ਰੋ ਪਿੱਟ ਕੇ ਚੁੱਪ ਕਰਕੇ ਤੇ ਮੈਂ ਬਹਿ ਜਾਂਦੀ, ਕਦੀ ਨਾ ਖਾਧੀ ਨਾ ਪੀਣੀ ਨਾ ਮੈਂ ਕੀ ਕਰਾਂ ਥੱਲੇ। ਮੇਰਾ ਪੁੱਤਰ ਉਹ ਵੀ ਨਹੀਂ ਮੈਨੂੰ ਉਹਨੇ ਪੁੱਛਿਆ ਵੀ ਲੈ ਬਾਗ 100-200 ਰੁਪਈਆ ਲੈ ਲਾ, ਰੋਟੀ ਖਾ ਲਾ ਜਾਂ ਚਾਹ ਪੀ ਲਾ। ਤਾਂ ਉਹ ਆਪਣੇ ਘਰ ਬਾਰ ਕਦੀ ਨਹੀਂ ਉਹਨਾਂ ਆ ਕੇ ਪੁੱਛਿਆ ਮੇਰੇ ਵੱਡੇ ਮੁੰਡੇ ਨੇ। जवेरिया, मुझे बताओ कि क्या ख्वाहिशात हैं आपकी? ख्वाहिशात तो बहुत से थे पर पूरी नहीं हो सकी हमारी। क्या ख्वाहिश थी, को बताए ज़रा नाज़रीन। कि मैं पढ़ के कोई डॉक्टर बन सकूं या कोई जॉब कर सकूं। अस्सलाम वालेकुम नाज़रीन, मैं हूं आपके मेज़बान अहमद गौहर। नाज़रीन, आज मैं आपके सामने बड़े ही दुखी और बड़ी इमोशनल स्टोरी लेके आया हूं। मेरे साथ इस वक्त एक माँ जी मौजूद है, उनके साथ इनकी 16 साल बेटी मौजूद है। स्टोरी कुछ इनकी इस तरह से है कि इनके 2 बेटे थे। एक बेटा नशा करता था जिसकी डेथ हो चुकी है, और जो दूसरा बेटा है वो काम नहीं करता। जब भी इनको बोलती है काम करने के लिए तो इनको वो मारता भी है और लड़ाई झगड़ा भी करता है। आइए इनसे बात करते हैं, इनसे जानते हैं कि इनके हालात किस तरह के हैं और गुजारा किस तरह से हो रहा है। अस्सलाम वालेकुम। ਅਸਲਾਮ ਵਾਲੇਕੁਮ। ਮਾਂ ਜੀ, ਕਿ ਤੁਸੀਂ ਦੱਸ ਰਹੇ ਸੀ ਕਿ 2 ਬੇਟੇ ਸਨ ਮੇਰੇ, ਹਾਂਜੀ ਤੇ ਇੱਕ ਦੀ ਨਸ਼ਾ ਕਰਦਾ ਸੀ। ਹਾਂਜੀ, ਉਹ ਫੌਤ ਹੋ ਗਿਆ ਰੋਜ਼ਿਆਂ ਦੇ ਮਹੀਨੇ। ਕਿਸ ਤਰ੍ਹਾਂ ਫੌਤ ਹੋਇਆ? ਫੌਤ ਨਸ਼ਾ ਕਰਦਾ ਸੀ, ਉਹਨੇ ਆਪਣੇ ਆਪ ਹੀ ਛੱਡਤਾ ਵੀ ਮੇਰੀ ਮਾਂ ਰੋਂਦੀ ਪਿੱਟਦੀ ਤੇ ਮੈਂ ਕਾਰੋਬਾਰ ਕਰਾਂ। ਤੇ ਉਹ ਫਿਰ ਮੁੜ ਕੇ ਉਹ ਨਸ਼ਾ ਛੱਡਿਆ ਤੇ ਮੁੜ ਕੇ 2 ਮਹੀਨੇ ਹਸਪਤਾਲ ਰਿਹਾ। ਹਸਪਤਾਲ ਵਾਲਾ ਛੁੱਟੀ ਦੇ ਦਿੱਤੀ, ਮੁੜ ਕੇ ਮਗਰ ਰੋਜ਼ਿਆਂ ਦੇ ਵਿੱਚ ਫੌਤ ਹੋ ਗਿਆ। ਇਹ ਮੁੰਡੇ ਨੇ ਮੈਂ ਨਹੀਂ ਕੰਮ ਕਰ, ਅੱਗੋਂ ਮਾਰਦਾ ਕੁੱਟਦਾ, ਨਾ ਕੰਮ ਕਰਦਾ ਨਾ ਕਾਰ ਕਰਦਾ ਹੈ। ਬੁੱਢੀ ਆਪਣੀ ਕੱਢ ਛੱਡਦਾ ਹੈ, ਉਹਦਾ ਮੈਂ ਰੱਖਣ ਨਹੀਂ, ਸਾਰੀ ਦਿਹਾੜੀ ਫਿਰਦਾ ਹੈ। ਸ਼ਾਮ ਪੈਂਦੀ ਤਾਂ ਅੰਦਰ 'ਚ ਪਾਣੀ ਪੀ ਕੇ ਸੌਂ ਜਾਂਦਾ, ਬਾਹਰੋਂ ਰੱਜ ਪੁੱਜ ਕੇ ਆਉਂਦਾ ਹੈ। ਨਾ ਉਹ ਮੈਨੂੰ ਪੁੱਛਦਾ ਮਾਂ ਰੋਟੀ ਖਾਧੀ ਕਿ ਨਹੀਂ ਖਾਧੀ, ਸ਼ੂਗਰ ਦੀ ਮਰੀਜ਼ ਆ, ਪਈ ਰਹੀ ਨਹੀਂ ਲੰਮੇ। ਮੇਰਾ ਬੰਦੇ ਕੋਲ ਹੋਇਆ ਕੋਈ 100-200 ਦੇ ਦਿੰਦਾ, ਲੈ ਦਵਾਈ ਲੈ, ਜੇ ਨਾ ਹੁੰਦਾ ਤੇ ਨਹੀਂ, ਵਿਚਾਰਾ ਚੁੱਪ ਕਰਕੇ ਉਹ ਵੀ ਭੁੱਖਾ ਪੈ ਜਾਂਦਾ। ਕਦੀ ਅਸੀਂ ਖਾਂਦੇ ਕਦੀ ਨਹੀਂ ਖਾਂਦੇ, 2-2 3-3 ਦਿਨ ਭੁੱਖੇ ਸੌਂ ਜਾਂਦੇ ਆ। ਪਾਣੀ ਦੇ ਘੁੱਟ ਨਾਲ ਗੁਜ਼ਾਰੇ, ਨਾ ਕੰਮ ਕਰਦਾ ਨਾ ਕਾਰ ਕਰਦਾ। ਮੈਨੂੰ ਦੱਸੋ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ? ਕੰਮ ਕਰਦੇ ਹੋ ਕਰਦਾ ਨਹੀਂ, ਤੇ ਤੁਹਾਡੇ ਜਿਹੜੇ ਹਸਬੰਡ ਨੇ, ਜਿਹੜਾ ਮੀਆਂ ਤੁਹਾਡਾ, ਉਹ ਵੀ ਤੁਹਾਡਾ ਉਹ ਜ਼ਈਫ ਹੈ ਦਿਹਾੜੀ ਪੂਰੇ? ਲਾਉਂਦਾ, ਬੁੱਢਾ ਦਿਹਾੜੀ ਲਾ ਆਉਂਦਾ ਹੈ ਤੇ ਫਿਰ 8 ਦਿਨਾਂ ਬਾਅਦ ਪੈਸੇ ਲੈ ਆਉਂਦਾ। ਥੋੜ੍ਹੇ 100-100 ਕਰਕੇ ਲਿਆਉਂਦਾ ਸੀ। ਰੋਟੀ ਟਾਟੀ ਸਰਸਲਾ ਚਲਾ ਲੈਂਦੇ ਆ, ਜੇ ਨਾ ਜਾਵੇ ਤਾਂ ਫਿਰ ਠੂਠਾ ਮੁੱਦਾ। ਫਿਰ ਉਹ ਮੇਰੇ ਇੱਥੇ ਰਿਸ਼ਤੇਦਾਰ ਆਂਢ ਗੁਆਂਢ ਕੋਈ ਰੋਟੀ ਦੇ ਜਾਂਦਾ, ਕੋਈ ਸਾਲਨ ਦੇ ਜਾਂਦਾ, ਵੀ ਲੈ ਖਾ ਲਓ। ਫਿਰ ਉਹ ਵੀ ਨਹੀਂ ਦਿੰਦੇ, ਕਦੀ ਪੁੱਛ ਜਾਂਦਾ ਤੁਹਾਡਾ ਤਾਂ ਸਦਾ ਦਾ ਹੀ ਵਿਹਾਰ, ਅਸੀਂ ਕੀ ਕਰੀਏ। ਸਬਰ ਸ਼ੁਕਰ ਕਰਕੇ ਅਸੀਂ ਬਹਿ ਜਾਂਦੇ। ਉਹੀ ਤਾਂ ਤੁਰਿਆ ਫਿਰਦਾ ਭੱਜਾ ਫਿਰਦਾ, ਨਾ ਕੰਮ ਕਰੇ ਨਾ ਕਾਰ ਕਰੇ, ਅੱਗੋਂ ਆਖੀ ਦਾ ਤੇ ਗਲ ਪੈਂਦਾ, ਕੁੱਦ ਕੇ ਪੈਂਦਾ, ਕਿ ਰੋ ਪਿੱਟ ਕੇ ਚੁੱਪ ਕਰਕੇ ਤੇ ਮੈਂ ਬਹਿ ਜਾਂਦੀ, ਕਦੀ ਨਾ ਖਾਧੀ ਨਾ ਪੀਣੀ ਨਾ ਮੈਂ ਕੀ ਕਰਾਂ ਥੱਲੇ। ਮੇਰਾ ਪੁੱਤਰ ਉਹ ਵੀ ਨਹੀਂ ਮੈਨੂੰ ਉਹਨੇ ਪੁੱਛਿਆ ਵੀ ਲੈ ਬਾਗ 100-200 ਰੁਪਈਆ ਲੈ ਲਾ, ਰੋਟੀ ਖਾ ਲਾ ਜਾਂ ਚਾਹ ਪੀ ਲਾ। ਤਾਂ ਉਹ ਆਪਣੇ ਘਰ ਬਾਰ ਕਦੀ ਨਹੀਂ ਉਹਨਾਂ ਆ ਕੇ ਪੁੱਛਿਆ ਮੇਰੇ ਵੱਡੇ ਮੁੰਡੇ। ਉਹ ਪੁੱਤਰ ਆਉਂਦਾ ਹੀ ਨਹੀਂ, ਵੜਦਾ ਹੀ ਨਹੀਂਗਾ। ਪੁੱਤ ਨੇ ਕਦੀ ਪੁੱਛਿਆ ਹੀ ਨਹੀਂਗਾ, ਮਾਂ ਭੁੱਖੀ ਸੁੱਤੀ ਆ ਜਾਂ ਖਾਧਾ ਹੀ ਕੁਛ ਨਹੀਂ ਖਾਧਾ, ਵੜਨਾ ਹੀ ਨਹੀਂਗਾ। ਆਇਆ ਕੰਮ ਤੋਂ ਆਪਣੇ ਘਰ ਆ, ਮੈਂ ਕੱਲ੍ਹ ਦੀ ਬਿਮਾਰ ਆ, ਮੰਜੀ ਨਾ ਮੰਜੀ, ਉਹਨੇ ਇੱਕ ਵਾਰ ਨਹੀਂ ਆ ਕੇ ਪੁੱਛਿਆ ਮਾਂ ਲੈ ਤੂੰ 200-200 ਰੁਪਈਆ ਲੈ ਲਾ, ਦਵਾਈ ਲੈ ਲਾ। ਨਹੀਂ, ਪੁੱਛਦੇ ਹੀ ਨਹੀਂਗੇ, ਭਾਵੇਂ ਭੁੱਖੇ ਪੈ ਰਹੀਏ, ਖਾਧੀ ਆ ਜਾਂ ਨਹੀਂ ਖਾਧੀ, ਉਹਨੇ ਪੁੱਛਣਾ ਹੀ ਨਹੀਂ ਪੁੱਤ ਨੇ ਆ ਕੇ, ਨਾ ਨੂੰਹ ਨੇ ਪੁੱਛਣਾ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡਾ ਬੇਟਾ ਤੁਹਾਨੂੰ ਨਹੀਂ ਪੁੱਛ ਰਿਹਾ, ਤੁਹਾਡੇ ਮੀਆਂ ਜਿਹੜੇ ਨੇ ਉਹ ਜ਼ਈਫ ਨੇ, ਉਹ ਕਿੰਨਾ ਕਮਾ ਲੈਂਦੇ ਹੋਣਗੇ? 200-300 300-400 ਕਮਾਉਂਦੇ ਹੋਣਗੇ। ਆਹ ਵਿਚਾਰਾ, ਉਹਦੇ ਕੋਲ ਵੀ ਨਹੀਂ ਕੰਮ ਹੁੰਦਾ, ਉਹ ਕਰਨ ਨਹੀਂ ਦਿੰਦੇ। ਦਵਾਈ ਕਿਸ ਤਰ੍ਹਾਂ ਲੈ ਕੇ ਆਂਦੀ ਫਿਰ ਤੁਸੀਂ? ਕਦੀ ਕੂਲਰ ਵੇਚ ਲਾ, ਕਦੀ ਪਤੀਲੀ ਵੇਚ ਲਾ। ਕੱਲ ਕੂਲਰ ਸੀ ਉਹ ਵੇਚ ਕੇ ਆਈ ਹਾਂ, ਪਾਣੀ ਵਾਲਾ। ਇਸ ਤਰ੍ਹਾਂ ਕਰਕੇ ਕੋਠੀਆਂ ਚਲੀ ਚੁਲੀ ਜਾਂਦੀ, ਕਦੀ ਭਾਂਡੇ ਕੇ ਤੇ ਧੋ ਲਏ, ਬੌਕਰ ਫੇਰ ਲਈ, ਉਹ ਵੀ ਨਹੀਂ ਰੱਖਦੀਆਂ। ਅਗਲੀਆਂ ਦੀ ਭਾਈ ਤੂੰ ਸ਼ੂਗਰ ਦੀ ਮਰੀਜ਼, ਤੇਰੇ ਕੋਲ ਨਹੀਂ ਕੰਮ ਹੁੰਦਾ, ਘਰ ਚਲੀ ਜਾ। ਇਹ ਮਜਬੂਰੀਆਂ ਨੇ, ਹੋਰ ਕੀ ਕਰ ਸਕੀਏ। ਕਰਜ਼ਾ ਦੇ 4-5 ਲੱਖ ਮੇਰੇ ਤੇ ਕਰਜ਼ਾ ਹੈ, ਸੂਦ ਤੇ ਚੁੱਕ ਕੇ, ਵਿਆਜ ਤੇ ਚੁੱਕ ਕੇ ਖਾਂਦੀ ਰਹੀ ਹੈ, ਉਧਰ ਕਰ। ਹੁਣ ਅਗਲਿਆਂ ਮੇਰੇ ਸਿਰ ਪਾੜਦੇ ਨੇ, ਮੈਂ ਲੁਕਦੀ ਫਿਰਦੀ ਹਾਂ। ਕਦੀ ਕਿਤੇ ਚਲੀ ਗਈ, ਸ਼ਾਮ ਨੂੰ ਆ ਗਈ, ਬੂਹਾ ਖੋਲ੍ਹ ਲਿਆ, ਕਦੀ ਕਿਤੇ ਚਲੀ ਗਈ। ਆਹ ਮਜਬੂਰੀਆਂ ਨੇ, ਬੜੀਆਂ ਟੈਨਸ਼ਨ ਹੈ। ਤੁਹਾਡੀ ਮਿਹਰਬਾਨੀ ਮੇਰੇ ਤੇ ਖੁਦਾ ਖੌਫੀ ਕਰ ਲਵੋ। ਕਿੰਨਾ ਕਰਜ਼ਾ ਤੁਹਾਡੇ ਤੇ ਟੋਟਲ? 4-5 ਲੱਖ ਰੁਪਈਆ ਕਰਜ਼ਾ। 4-5 ਲੱਖ ਰੁਪਏ ਕਰਜ਼ਾ ਹੋ ਗਿਆ? ਹਾਂਜੀ, 4-5 ਲੱਖ। ਜਦੋਂ ਫਿਰ ਮੇਰੇ ਮੂੰਹ ਵੱਲੇ ਵੇਂਦੀ ਰੋਣ ਲੱਗ ਪੈਂਦੀ ਆ, ਵਿਚਾਰੇ ਖੁਦਾ ਖੌਫੀ ਕਰਕੇ ਚਲੇ ਜਾਂਦੇ। ਚੱਲ ਅੱਛਾ ਮਾਂ ਦੇਖਦੇ ਨੇ, ਕੋਈ ਗੱਲ ਨਹੀਂ, ਤੂੰ ਪਰੇਸ਼ਾਨ ਆ, ਨਾ ਰੋ। ਮੁੜ ਕੇ ਚਲੇ ਜਿਹੜੇ ਕਰਜ਼ਾ ਮੰਗਣ ਵਾਲੇ ਨੇ ਤੰਗ ਵੀ ਕਰਦੇ ਹੋਣਗੇ, ਜ਼ਾਹਿਰ ਲੜਦੇ ਵੀ ਹੋਣਗੇ ਤੁਹਾਨੂੰ? ਲੜਦੇ ਆ, ਗਾਲਾਂ ਕੱਢਦੇ, ਗਾਲਾਂ ਵੀ ਕੱਢ ਕੇ ਜਾਂਦੇ, ਲੜ ਕੇ ਵੀ ਜਾਂਦੇ ਨੇ, ਬਿਸਤੀ ਬੜੀ ਕਰਦੀ, ਤਾਲੇ ਵੀ ਮਾਰਦੇ ਨੇ। ਫਿਰ ਖੁਦਾ ਖੌਫੀ ਕਰਕੇ ਆਂਢ ਗੁਆਂਢਾਂ ਦੇ ਛੱਡਦੇ, ਪਰ ਗਰੀਬਣੀ ਕਿਉਂ ਤੂੰ ਤਾਲੇ ਮਾਰਦੇ ਆ, ਮਾੜੀ ਹੈਗੀ ਆ। ਤੇ ਉਹ ਫਿਰ ਚਲੇ ਜਾਂਦੇ ਨੇ ਵਿਚਾਰੇ ਖੁਦਾ ਖੌਫੀ ਕਰਕੇ। ਹੁਣ 5-6 ਮਹੀਨਿਆਂ ਦਾ ਮੇਰਾ ਸਾਲ ਬਾਅਦ ਸਾਲ ਮੈਂ ਕਿਰਾਇਆ ਦੇਣੀ, ਸਾਲ ਦੇ ਸਾਲ। ਕੱਲ੍ਹ ਆਇਆ ਸੀ, ਤਾਲਾ ਲੈ ਕੇ ਆਇਆ, ਮਾਰ ਕੇ ਆਇਆ।
मैं कहा वीरा मैं अंदर बैठी तू मार जा। वो फिर चुप करके बेचारा चले गया। आंदा माँ जी तो तू रोनी मैनू बड़ी टेंशन तेरे ते आउंदी। मैं खुदा खौफी करके छड़ जाना कराया। सही। ਤੇ ਜਦੋਂ ਕੋਈ ਕਰਜ਼ਾ ਵਾਲਾ ਆਂਦਾ ਹੈ ਤਾਂ ਤੁਹਾਡੀ ਉਹ ਬੇਟੀ ਜਵਾਨ ਘਰ ਕੋਈ ਬਦਤਮੀਜ਼ੀ ਤਾਂ ਨਹੀਂ ਕਰਦਾ? नहीं नहीं मैं नहीं करन दित्ती कदी बदतमीजी। मैं उधर अपने घर उन्दी बाहर ही होंदी, मैं बाहर ही गलबात करदी, मैं नहीं कदी अंदर वड़न दित्ता। ਸਹੀ ਹੋ ਗਿਆ। ਮੈਨੂੰ ਦੱਸੋ ਕਿ ਕਿੰਨੇ ਦਿਨ ਤੇ ਕਿੰਨੀਆਂ ਰਾਤਾਂ ਤੁਹਾਨੂੰ ਭੁੱਖੇ ਗੁਜ਼ਾਰਨਾ ਪਈਆਂ? आज 4-5 दिन हो गए, महीना महीना भी लंघ जाता। पानी पी लिया, ढिड भर लिया। कदी किसी को दूर तो एक रोटी लै आंदी खा ली, जां नान एक लै आंदा, अद्धा अद्धा करके खा लिया। अद्धा अपने बंदे लिए रख लिया, अद्धा मैं अपना रख लिया, खा लिया बुरकी। भुख ही मर गई आ परेशानियां दे नाल। दिल ही नहीं करदा, 2 दिन हो गए मैंने रोटी खाधी नहीं, दिल ही नहीं करदा। पानी दे घुट पी लेनी, पई रहनी, ना दवाई ना कोई टीका ना कोई कुछ। ਹੁਣ ਬੇਟੀ ਜਵਾਨ ਹੈ, ਤਕਰੀਬਨ 16 ਸਾਲ ਦੀ ਹੋ ਗਈ ਹੈ, ਕੋਈ ਸਾਲ 2 ਸਾਲ ਦੀ ਸ਼ਾਦੀ ਵਾਲੀ ਉਮਰ ਹੋ ਜਾਣੀ ਹੈ, ਤੇ ਕਿਸ ਤਰ੍ਹਾਂ ਸ਼ਾਦੀ ਕਰੋਗੇ, ਕੀ है ਕਰੋਗੇ? ही कुछ नहीं होवेगा तो करांगे ना। ये तो खुदा खौफी को अल्लाह मियाँ कर दवे तो चलो बेटी बूहे थोड़ जाएगी, जे ना होवेगा तो फिर इस तरह ही है ना। ਸਾਡੇ ਬਹੁਤ ਸਾਰੇ ਨਾਜ਼ਰੀਨ ਵੇਖ ਰਹੇ ਨੇ, ਉਹਨਾਂ ਵਿੱਚੋਂ ਕੋਈ ਐਸੇ ਲੋਕ ਹੋਣਗੇ ਜਿਹੜੇ ਤੁਹਾਡੀ ਹੈਲਪ ਕਰਨਗੇ, ਤੁਹਾਡੀ ਮਦਦ ਕਰਨਗੇ, ਤੁਹਾਡਾ ਕਰਜ਼ਾ ਉਤਾਰ ਦੇਣਗੇ। ਅਗਰ ਕੋਈ ਐਸਾ ਬੰਦਾ ਜਿਹੜਾ ਤੁਹਾਨੂੰ ਕਹੇ ਕਿ ਤੁਹਾਡੀ ਬੇਟੀ ਨਾਲ ਮੈਂ ਸ਼ਾਦੀ ਕਰ ਲੈਣਾ, ਤੁਹਾਡਾ ਕਰਜ਼ਾ ਉਤਾਰ ਦੇਣਾ, ਤੇ ਸ਼ਾਬਾਸ਼ ਮੈਂ ਕਰ ਦਾਂਗੀ, ਕਰਜ਼ਾ ਲਾ ਦਾਂਗੀ, ਸ਼ੁਕਰ ਕਰਾਂਗੀ। ਮੈਂ ਦੁਆ ਹੀ ਦੇਣੀਆਂ, ਰਾਤ ਦਿਨ ਦੁਆਵਾਂ ਮੰਗਾਂਗੀ ਵੀ ਸ਼ੁਕਰ ਹੈ ਜਿੰਨਾ ਮੇਰਾ ਕਰਜ਼ਾ ਲਾਇਆ, ਲੰਮੀਆਂ ਤੰਦਰੁਸਤੀ ਦਾ, ਲੰਮੀਆਂ ਜ਼ਿੰਦਗੀ ਦੇਵੇ। ਦੁਆਵਾਂ ਹੀ ਦੇਣੀਆਂ ਨੇ ਮੈਂ, ਜਿਹੜਾ ਮੇਰਾ ਕਰਜ਼ਾ ਲਾਉਣਗੇ ਜਾਂ ਮੇਰੀ ਬੇਟੀ ਨੂੰ ਬੂਹੇ ਉਠਾਉਣਗੇ, ਸੀਸਾਂ ਹੀ ਦੇਣੀਆਂ। ਮੈਂ ਤੇ ਰਾਤ ਦਿਨ ਨਮਾਜ਼ ਪੜ੍ਹ ਕੇ ਦੁਆ ਕਰਾਂਗੀ अल्लाह मियाँ उन्होंने ज़िंदगी देवे, मेरी भी ज़िंदगी उन्होंने लग जाए। नाज़रीन इनकी बेटी भी मेरे साथ मौजूद है, उनसे बात करते हैं। अस्सलाम वालेकुम। वालेकुम सलाम। आपका नाम क्या बेटा? जवेरिया। जवेरिया। जवेरिया, मुझे बताओ कि क्या ख्वाहिशात हैं आपकी? ख्वाहिशात तो बहुत से थे पर पूरी नहीं हो सकी हमारी। क्या ख्वाहिश थी, को बताए ज़रा नाज़रीन। कि मैं पढ़ के कोई डॉक्टर बन सकूं या कोई जॉब कर सकूं। ऐसे नहीं आया पढ़ने के लिए और स्कूल मैंने छोड़ दिया, आगे पढ़ नहीं सकी। चलें, अल्लाह करे कोई हमारी वीडियो देख के कोई मुखैर हज़रात आपकी हेल्प कर दे, कोई मदद कर दे, जो आपको पढ़ा भी दे। अच्छा, मुझे ये बताएं कि ऐसा कोई रिश्ता आपको मिल सकता है, कोई हमारे नाज़रीन जो आपसे शादी करना चाहें, जो ये कहे कि मैं आपकी माँ का कर्जा सारा उतार देता हूँ, आपसे शादी करना, तो आप कर लोगे? जी हाँ, कर लूँगे। कोई ख्वाहिश है कि बंदा किस तरह का होना चाहिए? नहीं, मेरी कोई ख्वाहिश नहीं है। जी नाज़रीन, अभी आपने इनकी स्टोरी सुनी है। असल में बात यह है कि जैसे मेरे को पहले बताया था कि इनके 2 बेटे, एक नशा करता था तो वो उसकी डेथ हो गई है। जो दूसरा बेटा है इनका वो बिल्कुल नकारा है, ठीक है, और इन्हीं माँ के सर पे है वो। माँ बाप के पास खुद कुछ नहीं है। जब वो इनको कहते हैं काम करो जाके या कुछ करो तो उल्टा इनको डांटता भी है और मारता भी है। और ये बूढ़ी माँ बेचारी कभी लोगों के घरों में काम करती है, कभी कहीं से मांग के लेके आती है और पता नहीं किस तरह से अपना गुजारा कर रही है। और जवान बेटी, इसकी शादी करनी है और शादी करने के लिए भी इनके पास बिल्कुल कुछ भी नहीं है। तो आपको पता है कि हालात किस तरह के चल रहे हैं इस वक्त। शादी करने के लिए कम से कम अगर हम कहें कि कुछ भी ना करें तो 3 से 4 लाख रुपया चाहिए होगा। और 4 से 5 लाख इस माँ जी के ऊपर कर्जा है जो उन्होंने उधार ले लेके कुछ खा लिया, कुछ अपने इलाज के ऊपर लगा लिया और अपने घर के बर्तन शर्तन और जो भी सामान है वो बेच के अपना गुजारा कर रही है। इतने मुखैर हज़रात इस वीडियो को देख रहे हैं, सबसे गुजारिश है कि जितना ज़्यादा हो सके आप इनकी हेल्प करें। कोई एक बंदा इसका कर्जा उतार सकता है। अगर कोई ऐसा शख्स जो इनकी बेटी के साथ शादी करना चाहे तो उनसे रब्ता कर सकता है। शर्त ये होगी कि इनका कर्जा उतारे और इनसे शादी कर सकता है वो। तो इसी के साथ अपने मेज़बान अहमद गौहर को इजाज़त दीजिए। अपना बहुत सा ख्याल रखिएगा। अल्लाह हाफ़िज़।